ਅੱਜ ਦੇ ਇਸ ਪਵਿੱਤਰ ਸ਼ਲੋਕ ਅੰਦਰ ਇੱਕ ਭੁੱਖੇ ਮਨੁੱਖ ਦਾ ਦ੍ਰਿਸ਼ਟਾਂਤ ਦੇ ਕੇ ਸਤਿਗੁਰ ਗੁਰੂਦੇਵ ਪਿਤਾ ਜੀ ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਆਪਣੀ ਪ੍ਰੀਤ ਦਾ ਪ੍ਰਗਟਾਵਾ ਕਰ ਰਹੇ ਹਨ। ਖੁੱਦਿਆਵੰਤ, ਖੁੱਦਿਆ ਦਾ ਅਰਥ ਹੁੰਦਾ ਹੈ ਭੁੱਖ ਜਾਂ ਭੁੱਖਾ। ਵੰਤ ਸ਼ਬਦ ਗੁਰਬਾਣੀ ਅੰਦਰ ਤੁਸੀਂ ਕਈ ਵਾਰੀ ਇਹ ਪੜ੍ਹਦੇ ਹੋ, ਧਨਵੰਤ, ਧਨਵੰਤ ਹੋ ਗਿਆ ਤੇ ਧਨ ਵਾਲਾ। ਜੇ ਕੁਲਵੰਤ ਸ਼ਬਦ ਹੈ ਤੇ ਕੁਲ ਵਾਲਾ, ਜੇ ਭਗਵੰਤ ਸ਼ਬਦ ਹੈ ਫਿਰ ਭਾਗਾਂ ਵਾਲਾ। ਇਸੇ ਤਰ੍ਹਾਂ ਹੀ ਇੱਥੇ ਖੁੱਦਿਆਵੰਤ ਦਾ ਅਰਥ ਹੈ ਭੁੱਖ ਵਾਲਾ, ਜਿਹਨੂੰ ਭੁੱਖ ਲੱਗੀ ਹੋਵੇ। ਸਤਿਗੁਰੂ ਧੰਨ ਗੁਰੂ ਗੁਰੂ ਅਰਜਨ ਦੇਵ ਪਿਤਾ ਜੀ ਫਰਮਾ ਰਹੇ ਨੇ, ਜਿਸ ਮਨੁੱਖ ਨੂੰ ਸਰੀਰਕ ਤੌਰ ਤੇ ਭੁੱਖ ਲੱਗੀ ਹੋਵੇ ਨਾ, ਤੇ ਕਹਿੰਦੇ ਨੇ ਫਿਰ ਜਦੋਂ ਉਹ ਕਿਤੇ ਵੀ ਜਾਂਦਾ ਏ ਉਸ ਨੂੰ ਹੋਰ ਕੁਝ ਨਹੀਂ ਸੁਝਦਾ, ਨਾ ਲਾਜ ਵੇਖਦਾ ਏ, ਨਾ ਸ਼ਰਮ, ਨਾ ਬੇਸ਼ਰਮੀ, ਕੁਝ ਨਹੀਂ ਵੇਖਦਾ। ਮੇਰੇ ਬਾਰੇ ਕੀ ਕੋਈ ਕੁਬੋਲ ਬੋਲੇਗਾ, ਇਸ ਗੱਲ ਦੀ ਵੀ ਉਹ ਪਰਵਾਹ ਨਹੀਂ ਕਰਦਾ। ਉਹ ਭੋਜਨ ਦੀ ਮੰਗ ਜਿਹਦੇ ਕੋਲ ਜਾਂਦਾ ਉਹਦੇ ਅੱਗੇ ਰੱਖ ਦਿੰਦਾ, ਮੈਨੂੰ ਤੇ ਭੋਜਨ ਚਾਹੀਦਾ, ਮੈਨੂੰ ਤੇ ਪ੍ਰਸ਼ਾਦਾ ਚਾਹੀਦਾ ਹੈ। ਪਰ ਸਵਾਲ ਹੈ ਭੁੱਖ ਲੱਗੀ ਹੋਵੇ। ਸਰੀਰਕ ਤੌਰ ਤੇ ਜਿਹੜੀ ਭੁੱਖ, ਅਸੀਂ ਵੀ ਕਈ ਵਾਰੀ ਆਪਣੇ ਸੱਜਣਾ ਮਿੱਤਰਾਂ ਦੇ ਘਰ ਜਾਂਦੇ ਹਾਂ, ਭਾਵੇਂ ਪ੍ਰਸ਼ਾਦੇ ਦਾ ਟਾਈਮ ਹੋਵੇ, ਪਰ ਜੇ ਘਰੋਂ ਖਾ ਕੇ ਜਾਈਏ ਤੇ ਉੱਥੇ ਸੱਜਣ ਮਿੱਤਰ ਦੇ ਘਰ ਵਿੱਚ ਪ੍ਰਸ਼ਾਦਾ ਵਰਤ ਰਿਹਾ ਹੋਵੇ, ਉਹ ਬਹੁਤ ਤਰਲੇ ਮਿੰਨਤ ਕਰਦਾ ਏ, ਛਕ ਲਓ, ਇੱਕ ਹੀ ਛਕ ਲਵੋ, ਭਾਵੇਂ ਥੋੜ੍ਹਾ ਜਿਹਾ ਖਾ ਲਵੋ, ਪਰ ਭੁੱਖ ਕੋਈ ਨਹੀਂ ਨਾ। ਉਹ ਕਹਿੰਦਾ ਨਹੀਂ, ਮੈਂ ਹੁਣੇ ਘਰੋਂ ਛਕ ਕੇ ਆਇਆ, ਮੈਨੂੰ ਭੁੱਖ ਕੋਈ ਨਹੀਂ, ਇਸ ਕਰਕੇ ਮੈਨੂੰ ਖਿਮਾ ਕਰ ਦੇਣਾ। ਪਰ ਜੇ ਕਿਤੇ ਭੁੱਖ ਲੱਗੀ ਹੋਵੇ ਤੇ ਫਿਰ ਮਨੁੱਖ ਕਈ ਵਾਰੀ ਆਪਣਿਆਂ ਦੇ ਕੋਲੋਂ ਫਿਰ ਆਪ ਮੰਗ ਵੀ ਲੈਂਦਾ ਏ, ਕਹਿੰਦਾ ਮੈਨੂੰ ਭੁੱਖ ਲੱਗੀ ਹੁਣ ਤੇ ਪ੍ਰਸ਼ਾਦਾ ਬਣਾ ਕੇ ਮੈਨੂੰ ਛਕਾਓ, ਮੰਗ ਵੀ ਲੈਂਦਾ ਹੈ। ਇਹ ਤੇ ਹੋ ਗਈ ਗੱਲ ਸਰੀਰਕ ਭੁੱਖ ਦੀ, ਤੇ ਸਰੀਰਕ ਤੌਰ ਤੇ ਭੁੱਖ ਲੱਗਣੀ ਵੀ ਚਾਹੀਦੀ ਹੈ, ਨਾ ਲੱਗੇ। ਜੇ 1-2 ਦਿਨ ਭੁੱਖ ਨਾ ਲੱਗੇ ਨਾ, ਮਨੁੱਖ ਨੂੰ ਚਿੰਤਾ ਲੱਗ ਜਾਂਦੀ ਹੈ, ਮੇਰਾ ਸਰੀਰ ਕਮਜ਼ੋਰ ਹੋ ਜਾਏਗਾ ਜੇ ਮੈਂ ਕੁਝ ਛਕਾਂਗਾ ਨਹੀਂ, ਪ੍ਰਸ਼ਾਦ ਪਾਣੀ ਨਹੀਂ ਛਕਾਂਗਾ, ਚੰਗੀ ਖੁਰਾਕ ਮੇਰੇ ਅੰਦਰ ਨਹੀਂ ਜਾਏਗੀ ਤੇ ਮੈਨੂੰ ਤੇ ਬਿਮਾਰੀਆਂ ਘੇਰਾ ਪਾ ਲੈਣਗੀਆਂ। ਭੁੱਖ ਨਾ ਲੱਗੇ, ਡਾਕਟਰ ਦੇ ਕੋਲ ਜਾਂਦਾ ਹੈ, ਵੈਦ ਕੋਲ ਜਾਂਦਾ ਹੈ, ਮੈਨੂੰ ਭੁੱਖ ਨਹੀਂ ਲੱਗਦੀ, ਡਾਕਟਰ ਕਹਿੰਦਾ ਤੈਨੂੰ ਗਰਮੀ ਹੋ ਗਈ ਹੈ, ਉਹਦੇ ਵਾਸਤੇ ਉਹ ਦਵਾਈ ਦਿੰਦਾ ਹੈ, ਫਿਰ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ। ਭੁੱਖ ਲੱਗ ਗਈ ਤੇ ਫਿਰ ਉਹ ਜਦੋਂ ਨੂੰ ਭੁੱਖ ਲੱਗ ਜਾਵੇ, ਆਪਣੇ ਕੋਲ ਕੁਝ ਵੀ ਨਾ ਹੋਵੇ, ਭਾਵੇਂ ਉਹ ਗੁਰੂ ਦੇ ਦਰ ਤੇ ਭੱਜਿਆ ਆਏਗਾ, ਗੁਰੂ ਕੇ ਲੰਗਰ ਵਿੱਚੋਂ ਛਕੇਗਾ। ਜੇ ਜੇਬ ਵਿੱਚ ਪੈਸੇ ਨਹੀਂ, ਕਿਸੇ ਕੋਲੋਂ ਹੱਥ ਪਸਾਰ ਕੇ ਪੈਸੇ ਵੀ ਮੰਗ ਲਵੇਗਾ, ਕਿਸੇ ਦੇ ਘਰ ਵੀ ਜਾ ਕੇ ਪ੍ਰਸ਼ਾਦਾ ਮੰਗ ਲਵੇਗਾ, ਜੇ ਉਹਨੂੰ ਭੁੱਖ ਲੱਗੀ ਹੋਵੇ ਸਰੀਰਕ ਤੌਰ ਤੇ। ਗੁਰੂ ਕੇ ਪਿਆਰ ਵਾਲਿਓ, ਸੱਚੇ ਨਾਮ ਦੀ ਭੁੱਖ, ਸਤਿਗੁਰਾਂ ਦੀ ਮੱਤ ਦੀ ਭੁੱਖ, ਚੰਗੇ ਵਿਚਾਰਾਂ ਦੀ ਭੁੱਖ, ਸੱਚ ਜਾਣਨਾ, ਜਿੰਨਾ ਚਿਰ ਇਹ ਵੀ ਜਗਿਆਸੂ ਦੇ ਅੰਦਰ ਇਹ ਸੱਚ ਦੀ ਭੁੱਖ, ਸੱਚ ਦੀ ਪਿਆਸ ਨਾ ਪੈਦਾ ਹੋਵੇ, ਉਹਨਾਂ ਚਿਰ ਇਹ ਸੱਚ ਦੀ ਭਾਲ ਕਿਵੇਂ ਕਰੇਗਾ, ਸੱਚ ਦੀ ਖੋਜ ਕਿਵੇਂ ਕਰੇਗਾ, ਸੱਚ ਨੂੰ ਕਿਵੇਂ ਪ੍ਰਾਪਤ ਕਰੇਗਾ। ਰਹਿਰਾਜ ਸਾਹਿਬ ਜੀ ਦਾ ਤੁਸੀਂ ਪਾਠ ਕਰਦੇ ਹੋ, ਰੋਜ਼ ਮੇਰੇ ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ ਪੜ੍ਹਦੇ ਹੋ, ਗੁਰੂ ਕਿਰਪਾ ਕਰੇ ਕਿਤੇ ਸਾਡੇ ਅੰਦਰ ਵੀ ਧੰਨ ਗੁਰੂ ਨਾਨਕ ਪਿਤਾ ਜੀ ਦੇ ਅੰਦਰ ਜਿਵੇਂ ਭੁੱਖ ਲੱਗੀ ਹੈ ਨਾ, ਸਾਚੇ ਨਾਮ ਕੀ ਲਾਗੈ ਭੂਖ। ਤੇ ਕਹਿੰਦੇ ਨੇ ਵੇਖੋ ਦੂਜੀ ਜਿਹੜੀ ਭੁੱਖ ਹੈ ਨਾ, ਪ੍ਰਸ਼ਾਦੇ ਵਾਲੀ ਭੁੱਖ, ਕਈ ਵਾਰੀ ਭੁੱਖ ਲੱਗੀ ਹੁੰਦੀ ਹੈ ਬਹੁਤ ਜ਼ਿਆਦਾ, ਤੇ ਪ੍ਰਸ਼ਾਦਾ ਵੀ ਬੜਾ ਸਵਾਦ ਹੁੰਦਾ ਹੈ, ਤੇ ਸਵਾਦ ਵਿੱਚ ਬਣਾ ਮਨੁੱਖ
ਕਈ ਵਾਰੀ ਲੋੜ ਤੋਂ ਵੱਧ ਖਾ ਲੈਂਦਾ, ਜਿੰਨੀ ਲੋੜ ਸੀ। ਸਬਜ਼ੀ ਬੜੀ ਸਵਾਦ ਹੈ, ਪ੍ਰਸ਼ਾਦੇ ਇੱਕ ਦੋ ਜ਼ਿਆਦਾ ਛਕੇ ਗਏ। ਇਹ ਜਦੋਂ ਭੁੱਖ ਲੱਗੀ ਤੇ ਪ੍ਰਸ਼ਾਦ ਜ਼ਿਆਦਾ ਛਕਿਆ, ਸਰੀਰ ਅੰਦਰ ਵਿਕਾਰ ਪੈਦਾ ਹੋ ਗਏ, ਸਿਹਤ ਖਰਾਬ ਹੋ ਗਈ। ਚੇਤੇ ਰੱਖਣਾ ਗੁਰੂ ਕੇ ਪਿਆਰ ਵਾਲਿਓ। ਤੇ ਦੂਜੀ ਗੱਲ ਇਹ ਵੀ ਹੈ ਇਸ ਪ੍ਰਸ਼ਾਦੇ ਦੀ, ਜਦੋਂ ਭੁੱਖ ਲੱਗੀ ਹੋਵੇ ਨਾ, ਆਪਾਂ ਇੱਕ ਬੁਰਕੀ ਜਦੋਂ ਮੂੰਹ 'ਚ ਪਾਈ, 2 3 4 ਬੁਰਕੀਆਂ ਪਾਉਂਦੇ ਗਏ, ਪਹਿਲਾਂ ਪਹਿਲਾਂ ਬੜਾ ਸਵਾਦ ਆਉਂਦਾ ਗਿਆ। ਜਿਵੇਂ ਜਿਵੇਂ ਪੇਟ ਭਰਦਾ ਗਿਆ, ਤਿਵੇਂ ਤਿਵੇਂ ਪ੍ਰਸ਼ਾਦਾ ਤੇ ਉਹ ਕੀ ਸੀ, ਭੋਜਨ ਤੇ ਉਹ ਹੀ ਸੀ। ਆਪਾਂ ਕਹਿੰਦੇ ਹੁਣ ਰੱਜ ਗਏ ਹਾਂ ਆਪਾਂ, ਬਸ ਹੁਣ ਇਹਨੂੰ ਚੁੱਕ ਲਓ, ਅੱਗੋਂ ਲੈ ਜਾਓ ਸਾਰਾ ਕੁਝ। ਪਰ ਸੱਚੇ ਨਾਮ ਰੂਪੀ ਪਦਾਰਥ ਦੀ ਜਿਹੜੀ ਭੁੱਖ ਹੈ ਨਾ, ਉਹ ਹੋਰ ਤਰ੍ਹਾਂ ਦੀ ਹੈ। ਪਹਿਲਾਂ ਤੇ ਇਹ ਭੁੱਖ ਲੱਗ ਜਾਵੇ, ਭੁੱਖ ਲੱਗੇਗੀ ਕਿੱਥੋਂ? ਇਹ ਸੱਚੇ ਨਾਮ ਦੀ ਭੁੱਖ ਜਿਸ ਸਥਾਨ ਤੇ ਤੁਸੀਂ ਬੈਠੇ ਹੋ, ਭਾਵ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ, ਜਿੱਥੇ ਗੁਰਬਾਣੀ ਦਾ ਕੀਰਤਨ ਤੇ ਗੁਰਬਾਣੀ ਦੀ ਕਥਾ ਵਿਚਾਰਾਂ ਹੁੰਦੀਆਂ ਨੇ, ਪਾਠ ਹੁੰਦਾ ਹੈ, ਸੰਗਤ ਵਿੱਚ ਆ ਕੇ ਗੁਰੂ ਕੇ ਪਿਆਰ ਵਾਲਿਓ, ਇੱਥੇ ਗੁਰੂ ਨੇ ਕਿਰਪਾ ਕਰਨੀ ਹੈ। ਅੱਜ ਸੰਗਤ ਕੀਤੀ, ਕੱਲ ਸੰਗਤ ਕੀਤੀ, ਪਰਸੋਂ ਕਈ ਵਾਰੀ, ਇੱਕ ਵਾਰੀ ਸੰਗਤ ਕੀਤਿਆਂ ਜੀਵਨ ਨਹੀਂ ਬਦਲਦਾ। ਕਿਉਂਕਿ ਇਸ ਮਨ ਕਉ ਜਨਮ ਜਨਮ ਕੀ ਮਲ ਲਾਗੀ, ਕਾਲਾ ਘੋਵਾ ਸਿਆ। ਕਾਲਾ ਸ਼ਾਹ ਹੋਇਆ ਫਿਰਦਾ ਨਾ, ਤੇ ਜਿੰਨੀ ਚੀਜ਼ ਮੈਲੀ ਹੋਵੇਗੀ, ਧੋਣ ਲੱਗਿਆਂ ਉਹਨੂੰ ਜ਼ਿਆਦਾ ਸਮਾਂ ਤੇ ਲੱਗੇਗਾ ਹੀ ਲੱਗੇਗਾ ਨਾ, ਉਹਨੂੰ ਜ਼ਿਆਦਾ ਧੋਣਾ, ਮਿਹਨਤ ਜ਼ਿਆਦਾ ਕਰਨੀ ਪਵੇਗੀ। ਇਸੇ ਤਰ੍ਹਾਂ ਸੱਚੇ ਨਾਮ ਦੀ ਭੁੱਖ ਲਗਾਉਣ ਵਾਸਤੇ ਹੀ ਤੇ ਮੇਰੇ ਗੁਰਦੇਵ ਪਿਤਾ ਨਿਰੰਕਾਰ ਨੇ ਗੁਰੂ ਨਾਨਕ ਪਿਤਾ ਨੂੰ ਸੰਸਾਰ ਅੰਦਰ ਭੇਜਿਆ, ਇਹ ਬਾਣੀ ਦੀ ਦਾਤ ਦਿੱਤੀ। ਜਿਵੇਂ ਜਿਵੇਂ ਸੱਚ ਜਾਣਨਾ, ਤੁਸੀਂ ਬਾਣੀ ਪਿਆਰ ਨਾਲ ਪੜ੍ਹੋਗੇ, ਬਾਣੀ ਦੀ ਵਿਚਾਰ ਕਰੋਗੇ, ਗੁਰੂ ਕੇ ਪਿਆਰ ਵਾਲਿਓ, ਵੇਖੋ ਪ੍ਰਮਾਤਮਾ ਦੇ ਪ੍ਰਤੀ ਤੁਹਾਡੇ ਅੰਦਰ ਸੱਚੇ ਨਾਮ ਦੀ ਕਿਵੇਂ ਜਿਗਿਆਸਾ ਪੈਦਾ ਹੁੰਦੀ ਹੈ। ਗੁਰੂ ਸਾਹਿਬ ਦੇ ਬਚਨ ਇਹ ਅਤ ਕਥਨੀ ਨਹੀਂ, ਇਹ ਨਿਰੋਲ ਸਤ ਬਚਨ ਨੇ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਐ ਦੁਖ। ਭੋਜਨ ਦੀ ਭੁੱਖ ਲੱਗੀ, ਪ੍ਰਸ਼ਾਦਾ ਜ਼ਿਆਦਾ ਛਕ ਲਿਆ, ਦੁੱਖ ਪੈਦਾ ਹੋ ਗਏ। ਇਹ ਜਿੰਨੀ ਜਿੰਨੀ ਸੱਚੇ ਨਾਮ ਦੀ ਜਿਉਂ-ਜਿਉਂ ਵੱਧ ਭੁੱਖ ਲੱਗੇਗੀ, ਗੁਰੂ ਕੇ ਪਿਆਰ ਵਾਲਿਓ, ਦੁੱਖ ਦੂਰ ਹੋਣਗੇ। ਇਹ ਫਰਕ ਹੈ ਇਸ ਭੋਜਨ ਵਿੱਚ ਤੇ ਦੁਨਿਆਵੀ ਭੋਜਨ ਵਿੱਚ। ਸਤਿਗੁਰੂ ਗੁਰਦੇਵ ਪਿਤਾ ਨੇ ਇਸੇ ਕਰਕੇ ਤੇ ਆਪਾਂ ਰੋਜ਼ ਰਹਿਰਾਜ ਸਾਹਿਬ ਜੀ ਦਾ ਪਾਠ ਕਰਦੇ ਹਾਂ, ਅਖੀਰ ਤੇ ਜਾ ਕੇ ਪੜ੍ਹਦੇ ਹਾਂ। ਜਦੋਂ ਭੋਗ ਪੈਂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ, ਮੁੰਦਾਮਣੀ ਮਹਿਲਾ ਪੰਜਵਾਂ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਪਰ ਉੱਥੇ ਇੱਕ ਸ਼ਰਤ ਰੱਖੀ ਹੈ, ਜੇ ਕੋ ਖਾਵੇ ਜੇ ਕੋ ਪੁੰਚੈ। ਇੱਥੇ ਪੁੰਚੇ ਦਾ ਅਰਥ ਕਿਉਂਕਿ ਖਾਵੇ ਆ ਗਿਆ, ਕਈ ਥਾਂ ਗੁਰਬਾਣੀ ਅੰਦਰ ਪੁੰਚੈ ਸ਼ਬਦ ਵੀ ਖਾਣ ਵਾਸਤੇ ਆਇਆ ਹੈ, ਪਰ ਇੱਥੇ ਖਾਣ ਦੀ ਗੱਲ ਪਹਿਲਾਂ ਆ ਗਈ। ਖਾ ਲੈਣਾ ਹੀ ਨਹੀਂ, ਉਹਨੂੰ ਹਜ਼ਮ ਕਰਨਾ ਵੀ ਜ਼ਰੂਰੀ ਹੈ। ਖੁਰਾਕ ਖਾਂਦੇ ਤੇ ਸਾਰੇ ਹੀ ਨੇ। ਹੁਣ ਕਈ ਵਾਰੀ ਕੋਈ ਚੰਗੀ ਖੁਰਾਕ ਖਾ ਲਵੇ, ਬਦ ਹਜ਼ਮੀ ਹੋ ਜਾਏ ਤੇ ਸਿਹਤ ਹੋਰ ਖਰਾਬ ਹੋ ਜਾਂਦੀ ਹੈ। ਹਜ਼ਮ ਨਹੀਂ ਮਿਹਦਾ ਠੀਕ ਨਹੀਂ ਸੀ ਨਾ ਅੰਦਰ, ਹਜ਼ਮ ਨਹੀਂ ਕਰ ਸਕਿਆ। ਖੁਰਾਕ ਵਿੱਚ ਕੋਈ ਨੁਕਸ ਨਹੀਂ, ਖੁਰਾਕ ਤੇ ਬੜੀ ਵਧੀਆ ਸੀ। ਯਾਦ ਰੱਖਣਾ, ਇਸੇ ਤਰ੍ਹਾਂ ਗੁਰੂ ਕੀ ਬਾਣੀ, ਪਰਮਾਤਮਾ ਦਾ ਨਾਮ, ਖੁਰਾਕ ਤੇ ਬਹੁਤ ਵਧੀਆ ਹੈ, ਚੰਗੀ ਹੈ। ਸਤ ਸੰਤੋਖ ਵਿਚਾਰ ਜਿਹੜੀਆਂ ਚ ਪਦਾਰਥ ਪਰੋਸੇ ਗਏ ਨੇ ਗੁਰਦੇਵ ਪਿਤਾ ਵੱਲੋਂ, ਸਾਰਿਆਂ ਨੂੰ ਉਸ ਅੰਮ੍ਰਿਤ ਨਾਮ ਦਾ ਆਸਰਾ ਹੈ, ਆਧਾਰ ਹੈ। ਪਰ ਜੇ ਕੋਈ ਖਾ ਲਵੇਗਾ, ਜੇ ਕੋਈ ਇਹਨੂੰ ਹਜ਼ਮ ਕਰ ਲਵੇਗਾ, ਪਾਰ ਉਤਾਰਾ ਤੇ ਉਹਦਾ ਹੀ ਹੋਣਾ ਜੇ। ਮੈਂ ਬੇਨਤੀ ਕਰਾਂ, ਜਿਵੇਂ ਬਾਕੀ ਭੋਜਨ ਖਾ ਕੇ, ਕਈ ਵਾਰੀ ਇਹ ਵੀ ਸੱਚਾ ਭੋਜਨ ਖਾ ਕੇ ਕਈ ਤੇ ਹੰਕਾਰੀ ਹੋ ਜਾਂਦੇ ਨੇ। ਬਹੁਤਾਤ ਹੈ ਐਸੇ ਲੋਕਾਂ ਦੀ। ਨਾਮ ਜਪਦੇ ਨੇ, ਨਾਮ ਜਪਣਾ ਚਾਹੀਦਾ ਹੈ, ਜਪੋ, ਬਹੁਤ ਵਧੀਆ ਗੱਲ ਹੈ। ਗੁਰਬਾਣੀ ਪੜ੍ਹੋ, ਤੁਹਾਨੂੰ ਗੁਰਬਾਣੀ ਬਹੁਤ ਕੰਠ ਹੋਵੇ, ਸਭ ਕੁਝ ਹੈ, ਗੁਰਬਾਣੀ ਸਮਝ ਹੋਵੇ, ਉਸ ਅਨੁਸਾਰ ਜੀਵਨ ਵੀ ਜਿਵੋ। ਪਰ ਇਹ ਤੇ ਨਾ ਦੂਜਿਆਂ ਨੂੰ ਕੀੜੇ ਸਮਝੋ ਤੇ ਆਪਣੇ ਆਪ ਨੂੰ ਦੇਵਤੇ ਸਮਝਣ ਲੱਗ ਪਵੋ।
ਸਗੋਂ ਦੂਜਿਆਂ ਵਾਸਤੇ ਤੁਹਾਡੇ ਮਨ ਅੰਦਰ ਗੁਰੂ ਦੇ ਦਰ ਤੇ ਅਰਦਾਸ ਹੋਣੀ ਚਾਹੀਦੀ ਹੈ, ਸੱਚੇ ਪਾਤਸ਼ਾਹ ਜਿਵੇਂ ਮੇਰੇ ਨਿਮਾਣੇ ਉੱਤੇ ਤੂੰ ਕਿਰਪਾ ਦ੍ਰਿਸ਼ਟੀ ਕੀਤੀ ਆ, ਮੈਨੂੰ ਸੱਚੇ ਨਾਮ ਦੀ ਭੁੱਖ ਲਗਾ ਦਿੱਤੀ ਆ, ਇਸੇ ਤਰ੍ਹਾਂ ਦੂਜਿਆਂ ਉੱਤੇ ਵੀ ਕਿਰਪਾ ਕਰਦੇ, ਦੂਜਿਆਂ ਤੇ ਵੀ ਰਹਿਮਤ ਕਰਦੇ। ਦਾਤਿਆ ਮੈਂ ਵੀ ਕਦੀ ਉਹਨਾਂ ਵਰਗਾ ਹੀ ਹੁੰਦਾ ਸਾਂ, ਜੇ ਅੱਜ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਆ ਤੇ ਦੂਜਿਆਂ ਤੇ ਵੀ, ਉਹ ਦੂਜਿਆਂ ਵਾਸਤੇ, ਦੂਜਿਆਂ ਦੇ ਅੰਦਰ ਕਦੀ ਹੀਨ ਭਾਵਨਾ ਨਹੀਂ ਆਉਣ ਦੇਗਾ। ਇਹ ਨਹੀਂ ਕਿਸੇ ਨੂੰ ਮਿਲਣਾ ਹੀ ਕੋਈ ਨਹੀਂ, ਕਿਸੇ ਨਾਲ ਨਫ਼ਰਤ ਕਰੇਗਾ ਮੈਂ ਬੇਨਤੀ ਕਰਾਂ, ਬਿਲਕੁਲ ਨਹੀਂ। ਸਿੱਖੀ ਵਿੱਚ ਨਫ਼ਰਤ ਦਾ ਬੀਜ ਇਹ ਤੇ ਹੈ ਪ੍ਰਵਾਨ ਹੀ ਕੋਈ ਨਹੀਂ ਨਾ। ਜੇ ਕੋਈ ਆਪਣੇ ਆਪ ਨੂੰ ਬੜਾ ਉੱਚਾ ਸੁੱਚਾ ਪਵਿੱਤਰ ਮੰਨੇ, ਦੂਜਿਆਂ ਨਾਲ ਨਫ਼ਰਤ ਕਰੇ, ਬਿਲਕੁਲ ਨਹੀਂ। ਇੱਥੇ ਨਫ਼ਰਤ ਭਾਵੇਂ ਕੋਈ ਕਿਸੇ ਨੇ ਖੰਡੇ ਬਾਟੇ ਦੀ ਪਾਹੁਲ ਛਕੀ ਹੈ, ਭਾਵੇਂ ਨਹੀਂ ਛਕੀ, ਮੈਂ ਕਹਿੰਦਾ ਭਾਵੇਂ ਕੋਈ ਪਤਤ ਵੀ ਹੈ, ਤਾਂ ਵੀ ਅਸੀਂ ਉਸ ਨੂੰ ਪਿਆਰ ਦੇ ਨਾਲ ਗਲਵੱਕੜੀ ਵਿੱਚ ਲੈ ਕੇ ਇਹ ਗੁਰਬਾਣੀ ਰਾਹੀਂ ਉਸ ਨੂੰ ਸਮਝਾਉਣ ਦਾ ਯਤਨ ਕਰਨਾ ਹੈ। ਜੇ ਸਮਝ ਆਏ ਤੇ ਵਾਹ ਭਲਾ, ਜੇ ਨਹੀਂ ਸਮਝੇਗਾ ਤੇ ਫਿਰ ਮੇਰਾ ਤੁਹਾਡਾ ਕੀ ਲੈ ਜਾਏਗਾ, ਕੋਈ ਗੱਲ ਨਹੀਂ, ਫਿਰ ਸਮਝਾਈਏ ਆਪਾਂ, ਯਤਨ ਨਹੀਂ ਛੱਡਣਾ। ਸਤਿਗੁਰ ਗੁਰਦੇਵ ਪਿਤਾ ਤੇ ਕਹਿੰਦੇ ਜਿਹੜਾ ਖਾ ਲੈਂਦਾ, ਜਿਹੜਾ ਹਜ਼ਮ ਕਰ ਲੈਂਦਾ, ਫਿਰ ਉਹਦਾ ਪਾਰ ਉਤਾਰਾ ਹੋ ਜਾਂਦਾ। ਸਤਿਗੁਰਾਂ ਨੇ ਇੱਥੇ ਪ੍ਰੀਤ ਦੀ ਗੱਲ ਕੀਤੀ, ਖੁੱਦਿਆਬੰਤ ਦੀ ਗੱਲ ਕੀਤੀ। ਭੁੱਖੇ ਖਾਵਤ ਲਾਜ ਨਾ ਆਵੇ, ਭੁੱਖ ਲੱਗੀ ਹੋਵੇ ਸਹੀ, ਫਿਰ ਉਹ ਨਹੀਂ ਵੇਖਦਾ ਕਿ ਮੇਰੇ ਸਾਹਮਣੇ ਬਰਤਨ ਕਿਹੋ ਜਿਹਾ ਬਰਤਨ ਹੋਵੇ ਨਾ ਹੋਵੇ, ਥਾਲੀ ਹੋਵੇ ਸਟੀਲ ਦੀ, ਸੋਨੇ ਦੀ, ਤਾਂਬੇ ਦੀ, ਪਿੱਤਲ ਦੀ, ਭਾਵੇਂ ਪੱਤਲ ਹੀ ਕਿਉਂ ਨਾ ਹੋਣ, ਮੈਂ ਕਹਿੰਦਾ ਭਾਵੇਂ ਪੱਤਲ ਵੀ ਨਾ ਹੋਣ, ਕਿਤੇ ਭੁੱਖ ਲੱਗੀ ਹੋਵੇ ਨਾ। ਪਹਿਲਾਂ ਆਪਾਂ ਸਾਰੇ ਜਾਣਦੇ ਹਾਂ, ਜਦੋਂ ਅਜੇ ਥਾਲ ਨਹੀਂ ਸਨ ਬਹੁਤੇ ਆਏ ਤੇ ਹੱਥਾਂ ਉੱਤੇ ਪ੍ਰਸ਼ਾਦਾ ਲੈ ਕੇ ਉਹਦੇ ਉੱਤੇ ਦਾਲ ਪਾ ਲੈਣੀ ਕਰਨੀ, ਸਬਜ਼ੀ ਪਾ ਲੈਣੀ ਕਰਨੀ, ਤੇ ਜਦੋਂ ਖਾਣਾ ਕਰਨਾ ਤੇ ਕਿੰਨਾ ਆਨੰਦ ਆਉਂਦਾ ਸੀ। ਗੁਰੂ ਗੱਲ ਤੇ ਭੁੱਖ ਦੀ ਹੈ, ਗੱਲ ਤੇ ਭੁੱਖ ਦੀ ਹੈ ਨਾ। ਭੁੱਖੇ ਉਹਨੂੰ, ਭੁੱਖੇ ਨੂੰ ਖਾਂਦਿਆਂ ਨੂੰ ਲਾਜ ਨਹੀਂ ਆਉਂਦੀ, ਮੇਰਾ ਮੂੰਹ ਲਿਬੜ ਗਿਆ ਏ, ਮੇਰੇ ਬੁੱਲ ਲਿਬੜ ਗਏ ਨੇ, ਮੇਰੇ ਦਾੜੇ ਤੇ ਕੁਝ ਪੈ ਗਿਆ ਹੈ। ਉਹ ਕਹਿੰਦਾ ਕੋਈ ਨਹੀਂ, ਪਹਿਲਾਂ ਸਵਾਦ ਨਾਲ ਖਾ ਲਵਾਂ, ਫਿਰ ਜਾ ਕੇ ਆਪੇ ਹੀ ਧੋ ਕੇ ਸਾਫ਼ ਕਰ ਲਵਾਂਗਾ। ਭੁੱਖੇ ਪਰ ਲੱਗੀ ਹੋਵੇ ਭੁੱਖ, ਖਾਵਤ ਲਾਜ ਨਾ ਆਵੇ, ਤਿਉ ਹਰ ਜਨ ਹਰ ਗੁਣ ਗਾਵੇ। ਧੰਨ ਗੁਰੂ ਅਰਜਨ ਦੇ ਪਿਤਾ ਜੀ ਦਾ ਇਹ ਫਰਮਾਨ ਸੋਰਠ ਰਾਗ ਅੰਦਰ ਹੈ। ਕਹਿੰਦੇ ਨੇ ਜਿਹਨੂੰ ਪ੍ਰਮਾਤਮਾ ਦੇ ਗੁਣਾਂ ਦੀ ਭੁੱਖ ਲੱਗੇ ਤੇ ਸਹੀ ਗੁਰੂ ਕੇ ਪਿਆਰ ਵਾਲਿਓ, ਉਹ ਫਿਰ ਪਰਵਾਹ ਥੋੜਾ ਕਰਦਾ ਕਿਸੇ ਦੀ। ਕੋਈ ਮੈਨੂੰ ਕੀ ਆਖੇਗਾ, ਕਿਸੇ ਨੇ ਮੈਨੂੰ ਕੀ ਕਹਿਣਾ। ਯਾਦ ਰੱਖਣਾ, ਜੇ ਆਪਾਂ ਪ੍ਰਭੂ ਨੂੰ ਮਿਲਣਾ ਚਾਹੁੰਦੇ ਹਾਂ ਤੇ ਇੱਕ ਥਾਂ ਇੱਕ ਸਹੇਲੀ ਦੂਜੀ ਸਹੇਲੀ ਨੂੰ ਕਹਿ ਰਹੀ ਹੈ ਤੂੰ ਪ੍ਰਮਾਤਮਾ ਪਤੀ ਨੂੰ ਮਿਲਣਾ ਚਾਹੁੰਦੀ ਹੈ, ਕਹਿੰਦੀ ਹਾਂ ਮਿਲਣਾ ਚਾਹੁੰਦੀ ਹਾਂ, ਤਰੀਕਾ ਕੀ ਹੈ, ਢੰਗ ਕੀ ਹੈ? ਉਹ ਕਹਿੰਦੀ ਹੈ ਸੁਣ ਸਕੀਏ ਪ੍ਰਭ ਮਿਲਨ ਨਿਸ਼ਾਨੀ। ਤੈਨੂੰ ਮੈਂ ਕੁਝ ਨਿਸ਼ਾਨੀਆਂ ਦੱਸਣ ਲੱਗੀ ਹਾਂ ਜੇ ਪ੍ਰਭੂ ਨੂੰ ਮਿਲਣਾ ਚਾਹੁੰਦੀ ਹੈ। ਮਨ ਤਨ ਅਰਪ, ਕਹਿੰਦੇ ਨੇ ਆਪਣਾ ਮਨ ਹੀ ਨਹੀਂ ਤੇ ਆਪਣਾ ਤਨ ਵੀ ਆਪਣੇ ਪ੍ਰਭੂ ਪਤੀ ਨੂੰ ਅਰਪਣ ਕਰਦੇ। ਤੇ ਫਿਰ ਆਖ ਲਗੇ ਤੀਜੀ ਗੱਲ ਕੀ, ਤਜ ਲਾਜ ਲੋਕਾਨੀ, ਲੋਕਾਂ ਦੀ ਲਾਜ ਛੱਡਣੀ ਪਵੇਗੀ। ਲੋਕੀ ਤੁਹਾਡੇ ਬਾਰੇ ਕੀ ਕਹਿੰਦੇ ਨੇ, ਲੋਕ ਲਾਜ। ਇਹ ਤੇ ਬਿਲਕੁਲ ਇਸ ਮਾਰਗ ਤੇ ਚਲੋਗੇ ਨਾ, ਤੁਰੋਗੇ ਗੁਰਮਤਿ ਵਾਲੇ ਮਾਰਗ ਤੇ, ਪ੍ਰਭੂ ਦੇ ਮਾਰਗ ਤੇ ਫਿਰ ਇੱਥੇ ਲੋਕ ਲਾਜ ਤੇ ਛੱਡਣੀ ਪੈਂਦੀ ਹੈ। ਸਭ ਤੋਂ ਵੱਡਾ ਅੜਿੱਕਾ ਹੀ ਲੋਕ ਲਾਜ ਹੈ। ਕਈ ਵਾਰੀ ਬੰਦਾ ਨਾ ਜ਼ਿਆਦਾ ਉਮਰ ਹੋ ਜਾ, ਕਹਿੰਦਾ ਜੇ ਇਸ ਉਮਰ 'ਚ ਮੈਂ ਇਸ ਪਾਸੇ ਲੱਗ ਗਿਆ ਲੋਕੀ ਮਖੌਲ ਕਰਨਗੇ, ਲੋਕੀ ਇਹ ਕਰ ਦੋਗੇ। ਲੋਕਾਂ ਦੀ ਪਰਵਾਹ ਕਰਦਾ, ਤੂੰ ਪਰਵਾਹ ਕਰਨੀ ਆਪਣੇ ਗੁਰੂ ਦੀ ਕਰ, ਪਰਮੇਸ਼ਰ ਦੀ ਕਰ। ਪਰਵਾਹ ਨਾ ਹੀ ਕਿਸੇ ਕੇਰੀ, ਬਾਜ ਸੱਚੇ ਨਾਹ। ਭਗਤ ਕਬੀਰ ਜੀ ਦਾ ਪਾਵਨ ਸ਼ਲੋਕ, ਕਬੀਰ ਦੁਨੀਆ ਕੈ ਦੁੱਖ ਹੈ ਮੁਆ, ਚਾਲਤ ਕੁਲ ਕੀ ਕਾਨ, ਤਬ ਕੁਲ ਕਿਸ ਕਾ ਲਾਜ ਸੀ, ਜਬ ਲੈ ਧਰੇ ਮਸਾਨ। ਉਹ ਜਦੋਂ ਡੈੱਡ ਬਾਡੀ ਤੇਰੀ ਚੁੱਕ ਕੇ ਸ਼ਮਸ਼ਾਨ ਘਾਟ ਵਿੱਚ ਸਾੜਨ ਵਾਸਤੇ ਲੈ ਗਏ, ਫਿਰ ਦੱਸ ਕਿਹਦੇ ਕੁਲ ਨੂੰ ਲਾਜ ਲੱਗੇਗੀ। ਹੁਣ ਤੇ ਆਪਣੀ ਕੁਲ ਦੀ ਲਾਜ ਨੂੰ ਲੈ ਕੇ, ਸਾਡੀ ਕੁਲ ਵਿੱਚ ਇਹ ਹੁੰਦਾ ਆਇਆ। ਮੈਂ ਬੇਨਤੀ ਕਰਾਂ
परमात्मा की कोई कुल नहीं, साडे शब्द गुरु की कोई कुल नहीं। तुसी गुरु नानक पिता नूं बेदी कह सकते हो, धन गुरु अंगद पिता नूं त्रेहन कह सकते हो, गुरु अमरदास पिता नूं भल्ले कह सकते हो, गुरु रामदास पिता तो लैके दशमेश पिता तक सोढी कह सकते हो, कबीर जी नूं जुलाखा कह सकते हो, भगत रविदास जी नूं चमार कह सकते हैं, भगत नामदेव नूं छिंबा कह सकते हैं, वो भगत रामानंद जी नूं पंडित कह सकते हाँ। पर उन्हां दे शब्द नूं किहड़ी जात देवोगे? कोई शब्द दी जात हुंदी है? साडे शब्द गुरु दी कोई जात नहीं। जात दा संबंध ये शरीरां नाल हुंदा है बस थोड़ा बहुता। ना अकाल पुरख दी, इसे करके अकाल पुरख नूं गुरबाणी ने अकुल आख्या, अकुल जिहदी कोई कुल नहीं। वो जे रब दी कुल कोई नहीं, गुरु दी कोई कुल नहीं, तो तू किहड़ी कुल नाल जुड़िया होया? जुड़ना तो उस कुल नाल जुड़, अकुल नाल जुड़, तेरी भी कोई कुल नहीं रहेगी, फिर तेनों कोई लाज नहीं आवेगी। सतगुरु गुरुदेव पिता जी इसे करके ते गुरबाणी अंदर पातशाह सानू समझाते ने, सुन सखिए प्रभ मिलन निशानी, मन तन अर्प तज लाज लुकानी, ते लोक लाज छड्डनी बड़ी औखी है। उही शरीके विचों लाहौर दे रहन वाले जदों गुरु रामदास पिता भाई जेठा जी के रूप में सन, माता जी चढ़ाई कर जाते हैं, फिर पिता जी भी चढ़ाई कर जाते हैं 7 साल की उम्र में। उस वेले किसी ने बांह कोई नहीं पकड़ी, शरीके विचों कोई नहीं आया, चाचा ताया कोई नहीं आया। बजुर्ग नानी बासर के जिथे गुरु अमरदास का नगर है उत्थे लैके आ गई। बचपन च गुरु अमरदास पिता नाल संबंध हो गया, गोइंदवाल साहब चले गए, सेवा की। सतगुरु ने अपनी पुत्री दे आनंद कारज भी कर दिते, गुणवान वेख के भाई जेठा जी दे नाल। ते जदों बौली साहब की उत्थे सेवा चलती पई सी ना, ते भाई जेठा जी भी नाल टुकरी ढोंदे ने, ते उधरों लाहौर वालों किते आ रहे सन, ते इधरों जांदियां वेखिया, पता लगा उन्हां नूं सहुरे घर टोकरी ढो के साडा ते नक ही कटवा दिता इन्हें। लोक लाज वेखो तुसी। गुरु के प्यार वालिओ, आपां भी सारे किसी दे जवाईयां, किसी ने साडे जवाई बनना है। जे जवाई वाला रिश्ता किते वेखना तो गुरु रामदास पिता के जीवन तो सिक्ख्या ले लिओ। अज तो जवाई घर च आ गए, जिवें थानेदार आ गया उसकी सेवा संभाल वास्ते भजना सेनी करने, पता नहीं जिवें की हो गया है। भाई जेठा जी ने जवाई बन के पूरने पाए साडे सामने। गुरु का इतिहास, गुरु की बाणी साडे वास्ते पूरने ने। आके आखन लगे गुरु अमरदास पिता जी नूं, शरीके विचों जिहड़े सन, आ की करदे पए हो? ये चंगा लगदा है? आखन लगी की करदा पिया? जवाई कोलों टोकरी ढवा रहे हो। सतगुरु ने कुछ नहीं कहा, धन गुरु अमरदास पिता जी ने कुछ नहीं कहा। उस वेले भाई जेठा जी नूं आवाज़ मारी, अपने कोल बुलाया, भाई जेठा जी आ तुहाडे शरीके विचों आए ने, लाहौर विचों आए ने, ये की कहंदे ने, जरा पुछो इन्हां नूं। हुण भाई जेठा जी ने आखन लगे, तेनों टोकरी ढोनी सी ते सहुरे घर च ढोनी सी, बाहर कोई घट थावां ने? कई बारी कई कहने जे भांडे ही मांजने सन ते होर ना किते मांज लेंदे जाके। होटलों ते भांडे मांजने ते गुरु घर च भांडे मांजन च बड़ा फर्क जे। गुरु के प्यार वाले हो, मैं बेनती करां, गुरु की रहमत, इत्थे भांडे मांजण तो बाद जे किते सचमुच ही अंदरला मांजिया गया तुहाडा, अंदरों विकारां की सफाई हो गई, तो तुहाडे भांडे मांजे सकारत हो गए। कहते ने भाई जेठा जी ने गल विच पाया पल्ला, आखन लगे, मेरे मालका, मेरे गुरुदेव पिता सतगुरु जी, ये तो केवल दुनियावी रिश्ते तक ही इन्हां दी सोच अगे जाती, इन्हां नूं की पता है ये तो केवल सहुरे ते जवाई का रिश्ता वेखदे पे ने। इन्हां नूं ये नहीं पता जवाई मैं बाद विच बनिया, पहला मैं तुहाडी सिੱਖੀ नूं कमाया, मैं तुहाडा सिੱਖ हां। गुरु घर विच कोई इत्थे जवाई सहुरा रिश्तेदारियां वेख लो भावें तुसी। गुरुदेव पिता ने जो बख्शिश की, आखन लगे इन्हां नूं पता नहीं है, ये केवल लोक लाज तक सीमित ने। सतगुरु इन्हां वल्लों माफ़ी मैं मंगदा वां, इन्हां ने जो किया है ना वो ठीक है, इन्हां ने अपनी मत अनुसार कह दिता है, पर मुआफ़ कर दिओ इन्हां नूं, क्योंकि सिੱਖੀ ਦਾ नाता जिहड़ा ना गुरु अते सिੱਖ ਦਾ नाता इन्हां नूं पता नहीं है, इन्हां भोलिआं नूं समझ नहीं है।
ਗੁਰੂ ਕੇ ਪਿਆਰ ਵਾਲਿਓ, ਲੋਕ ਲਾਜ, ਜੇ ਕਿਤੇ ਭਾਈ ਲਹਿਣਾ ਜੀ ਲੋਕ ਲਾਜ, ਮੇਰੇ ਪਿਤਾ ਜੀ ਜਗਰਾਤੇ ਦੇਵੀ ਤੇ ਜਾਂਦੇ ਰਹੇ, ਮੈਂ ਵੀ ਜਾਂਦਾ, ਲੋਕੀ ਕੀ ਆਖਣਗੇ। ਧੰਨ ਗੁਰੂ ਅਮਰਦਾਸ ਜੀ ਇਹ ਸੋਚਦੇ ਰਹਿੰਦੇ, ਲੋਕੀ ਕੀ ਆਖਣਗੇ, ਲੋਕੀ ਜੋ ਕਹਿੰਦੇ ਨੇ ਕਹੀ ਜਾਣ, ਪਰ ਜੇ ਇਸ ਮਾਰਗ ਤੇ ਚੱਲਣਾ ਹੈ ਤੇ ਲੋਕ ਲਾਜ ਵੀ ਤੁਹਾਨੂੰ ਤਿਆਗਣੀ ਪਵੇਗੀ। ਇਸ ਕਰਕੇ ਇੱਥੇ ਸਤਿਗੁਰੂ ਗੁਰਦੇਵ ਪਿਤਾ ਨੇ ਜਿਹੜਾ ਦ੍ਰਿਸ਼ਟਾਂਤ ਦਿੱਤਾ ਨਾ, ਖੁਦਿਆਵੰਤ ਨਾ ਜਾਣਈ ਲਾਜ ਕੁਲਾਜ ਕੁਬੋਲ। ਲੱਗੀ ਹੋਵੇ ਸਹੀ ਭੁੱਖ ਕਿਤੇ ਗੁਰੂ ਕੇ ਪਿਆਰ ਵਾਲਿਓ, ਤੇ ਫਿਰ ਉਹ ਭੁੱਖ ਵਾਲਾ ਇਨਸਾਨ ਨਹੀਂ ਜਾਣਦਾ ਆਦਰ ਦੇ ਬਚਨ ਜਾਂ ਨਿਰਾਦਰ ਦੇ ਮੰਦੇ ਬਚਨ ਨੂੰ, ਨਹੀਂ ਜਾਣਦਾ, ਪਰਵਾਹ ਨਹੀਂ ਕਰਦਾ, ਤੇ ਰੋਟੀ ਵਾਸਤੇ ਉਹ ਸਵਾਲ ਕਰ ਦਿੰਦਾ ਹੈ। ਇਸੇ ਤਰ੍ਹਾਂ ਕਿਤੇ ਸਾਡੇ ਅੰਦਰ ਵੀ ਸੱਚੇ ਨਾਮ ਦੀ ਕਿਤੇ ਭੁੱਖ ਗੁਰਦੇਵ ਪਿਤਾ ਜੀ ਲਗਾ ਦੇਣ, ਅਸੀਂ ਵੀ ਕਿਤੇ ਲੋਕ ਲਾਜ ਤੋਂ ਉੱਪਰ ਉੱਠ ਜਾਈਏ। ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ ਜਿਸ ਵਿੱਚ ਉਹਨਾਂ ਨੇ ਜਦੋਂ ਪ੍ਰੀਤ ਦੀ ਗੱਲ ਕੀਤੀ ਹੈ ਨਾ, ਰਹਾਉ ਵਾਲਾ ਪਦ ਹੈ, ਨਾਮੇ ਪ੍ਰੀਤ ਨਾਰਾਇਣ ਲਾਗੀ, ਸਹਿਜ ਸੁਭਾਏ ਭਇਓ ਬੈਰਾਗੀ। ਨਾਮਦੇਵ ਜੀ ਦੀ ਪ੍ਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਲੱਗ ਗਈ ਹੈ। ਨਾਮੇ ਦਾ ਅਰਥ ਹੈ ਨਾਮਦੇਵ, ਪ੍ਰੀਤ ਨਾਰਾਇਣ, ਨਾਰਾਇਣ ਨਾਲ ਪ੍ਰੀਤ ਲੱਗ ਗਈ ਹੈ। ਤੇ ਕਹਿੰਦੇ ਨੇ ਇਹ ਪ੍ਰੀਤ ਕੋਈ ਉਚੇਚੇ ਤੌਰ ਤੇ ਕਰਮ ਕਾਂਡ ਕਰਕੇ ਕੋਈ ਨਹੀਂ ਲੱਗੀ, ਮੈਂ ਆਹ ਕੀਤਾ, ਮੈਂ ਉਹ ਕੀਤਾ। ਤੇ ਫਿਰ ਜਿਹੜੀਆਂ ਉਦਾਹਰਨਾਂ ਦਿੱਤੀਆਂ ਨੇ ਨਾ, ਭਗਤ ਨਾਮਦੇਵ ਜੀ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ, ਜੈਸੀ ਭੂਖੇ ਪ੍ਰੀਤ ਅਨਾਜ। ਜਿਵੇਂ ਭੁੱਖੇ ਮਨੁੱਖ ਦੀ ਪ੍ਰੀਤ ਅਨਾਜ ਨਾਲ ਹੁੰਦੀ ਹੈ, ਭੋਜਨ ਦੇ ਨਾਲ ਹੁੰਦੀ ਹੈ। ਦੋ ਬੱਚੇ ਸਨ, ਚੰਦਰਮਾ ਵੱਲ ਵੇਖ ਰਹੇ ਸਨ। ਇੱਕ ਰੱਜਿਆ ਪੁੱਜਿਆ ਸੀ, ਘਰੋਂ ਰੱਜ ਕੇ ਆਇਆ, ਤੇ ਇੱਕ ਨੂੰ ਵਿਚਾਰੇ ਨੂੰ ਕੋਈ ਖਾਣ ਨੂੰ ਨਾ ਮਿਲਿਆ, ਭੁੱਖਾ ਸੀ। ਕਹਿੰਦਾ ਉਹ ਵੇਖ ਚੰਦਰਮਾ, ਪੂਰਨਮਾਸ਼ੀ ਦਾ ਚੰਦਰਮਾ ਵੇਖ ਕਿੰਨਾ ਸੋਹਣਾ ਲੱਗਦਾ। ਪਤਾ ਕੀ ਕਹਿੰਦਾ? ਹਾਂ, ਕਹਿੰਦਾ ਇੰਨਾ ਸੋਹਣਾ ਲੱਗਦਾ ਜਿਵੇਂ ਰੋਟੀ ਹੁੰਦੀ ਹੈ। ਧਿਆਨ ਭੁੱਖ ਲੱਗੀ ਹੋਈ ਹੈ ਨਾ, ਧਿਆਨ ਰੋਟੀ ਵਿੱਚ, ਉਹਨੂੰ ਚੰਦਰਮੇ ਵਿੱਚੋਂ ਵੀ, ਗੋਲ ਚੰਦਰਮਾ ਉਹਦੇ ਵਿੱਚੋਂ ਵੀ ਰੋਟੀ ਦਿਸਦੀ ਪਈ ਹੈ, ਉਹਦੇ ਵਿੱਚੋਂ ਵੀ ਅਨਾਜ ਦਿਸਦਾ ਪਿਆ ਹੈ। ਕਿਸੇ ਨੇ ਸਵਾਲ ਕੀਤਾ 2 ਤੇ 2 ਕਿੰਨੇ ਹੁੰਦੇ ਨੇ, ਤੇ ਉਹਨੂੰ ਲੱਗੀ ਸੀ ਭੁੱਖ, ਕਹਿੰਦਾ 4 ਰੋਟੀਆਂ, ਨਾਲ ਰੋਟੀਆਂ ਸ਼ਬਦ ਵੀ ਆ ਗਿਆ। ਕਿਉਂਕਿ ਪ੍ਰੀਤ ਜਿਹੜੀ ਹੈ ਅਨਾਜ ਨਾਲ, ਅੰਦਰ ਭੁੱਖ ਲੱਗੀ ਹੋਈ ਹੈ। ਗੁਰੂ ਕੇ ਪਿਆਰ ਵਾਲਿਓ, ਗੱਲ ਤੇ ਭੁੱਖ ਲੱਗਣ ਦੀ ਹੈ, ਤੇ ਲੱਗਣੀ ਇਸ ਦਰ ਤੇ ਆ ਕੇ ਜੇ। ਗੁਰੂ ਦੇ ਦਰ ਕਦੀ ਨਾ ਛੱਡਿਓ। ਇਹ ਦਰ ਜਿਹੜਾ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਦਰ ਛੱਡ ਕੇ ਹੋਰ ਦਰ ਤੇ ਕਿਤੇ ਭਟਕਣ ਦੀ ਲੋੜ ਨਹੀਂ। ਗੁਰੂ ਉਹ ਫਿਰ ਜਾਓਗੇ ਤੇ ਕਿਤੇ ਹੋਰ ਭੁੱਖਾਂ ਲੱਗਣਗੀਆਂ। ਸੱਚੇ ਨਾਮ ਦੀ ਭੁੱਖ ਕੋਈ ਨਹੀਂ ਜੇ ਲੱਗੇਗੀ। ਸੱਚੇ ਨਾਮ ਦੀ ਭੁੱਖ ਲਗਾਉਣ ਵਾਲੇ ਇੱਕ ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ। ਉੱਥੇ ਤੇ ਪਹਿਲਾਂ ਭੁੱਖੇ ਦੀ, ਫਿਰ ਪਿਆਸੇ ਦੀ। ਤ੍ਰਿਖਾਵੰਤ ਜਲ ਸੇਤੀ ਕਾਜ। ਤ੍ਰਿਖਾਵੰਤ ਹੁੰਦਾ, ਵੇਖੋ ਵੰਤ ਸ਼ਬਦ ਆਇਆ, ਖੁਦਿਆਵੰਤ, ਫਿਰ ਉੱਥੇ ਤ੍ਰਿਖਾਵੰਤ। ਤ੍ਰਿਖਾ ਦਾ ਅਰਥ ਹੈ ਪਿਆਸਾ, ਪਿਆਸ ਵਾਲਾ। ਪਿਆਸੇ ਨੂੰ ਕੇਵਲ ਪਾਣੀ ਚਾਹੀਦਾ ਹੈ, ਉਹਦਾ ਕੰਮ ਤੇ ਕੇਵਲ ਪਾਣੀ ਨਾਲ ਹੈ, ਉਹਨੂੰ ਪਾਣੀ ਮਿਲ ਜਾਏ, ਉਹਦੀ ਪਿਆਸ ਬੁੱਝ ਜਾਏ। ਤੀਜਾ ਦ੍ਰਿਸ਼ਟਾਂਤ, ਜੈਸੀ ਮੂੜ ਕੁਟੰਬ ਪਰਾਇਣ, ਐਸੀ ਨਾਮੇ ਪ੍ਰੀਤ ਨਾਰਾਇਣ। ਮੂਰਖ ਬੰਦਾ ਹੈ ਜਿਹੜਾ ਕੇਵਲ ਤੇ ਕੇਵਲ ਆਪਣੇ ਟੱਬਰ ਨਾਲ ਪ੍ਰੀਤ ਕਰਦਾ ਹੈ। ਇਹ ਨਹੀਂ ਕਿ ਟੱਬਰ ਪਰਿਵਾਰ ਦੇ ਨਾਲ ਪ੍ਰੀਤ ਨਹੀਂ ਕਰਨੀ, ਕੁਟੰਬ ਦੇ ਨਾਲ ਪ੍ਰੀਤ ਨਹੀਂ ਕਰਨੀ, ਮਾਂ ਦੇ ਨਾਲ ਪ੍ਰੀਤ ਨਹੀਂ ਕਰਨੀ, ਪਿਤਾ ਨਾਲ ਪ੍ਰੀਤ ਨਹੀਂ ਕਰਨੀ, ਪਤੀ ਨਾਲ ਪਤਨੀ ਜਾਂ ਪਤੀ ਪਤਨੀ ਨਾਲ ਪ੍ਰੀਤ ਨਾ ਕਰੇ, ਧੀਆਂ ਪੁੱਤਰਾਂ ਨਾਲ ਪ੍ਰੀਤ ਨਹੀਂ ਕਰਨੀ ਹੈ, ਉਹ ਵੀ ਪ੍ਰੀਤ ਕਰਨੀ ਹੈ। ਪਰ ਹਾਂ ਇਹ ਗੱਲ ਚੇਤੇ ਰੱਖਣੀ ਹੈ, ਇਹ ਸਾਰਾ ਕੁਝ ਜਿਨਨੇ ਦਿੱਤਾ ਹੈ ਉਹਦੇ ਨਾਲ ਜਿਹੜੀ ਪ੍ਰੀਤ ਜ਼ਿਆਦਾ ਹੋਣੀ ਚਾਹੀਦੀ ਹੈ। ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ। ਤੇ ਜਦੋਂ ਇਹ ਪ੍ਰੀਤ ਬਣ ਜਾਏਗੀ, ਜੈਸੀ ਮੂੜ ਕੁਟੰਬ ਪਰਾਇਣ, 3 ਉਦਾਹਰਨਾਂ ਦਿੱਤੀਆਂ, ਆਖਣਗੇ ਐਸੀ ਨਾਮੇ ਪ੍ਰੀਤ ਨਾਰਾਇਣ। ਵੇਖੋ ਅਗਲੀਆਂ ਮਿਸਾਲਾਂ ਬੜੀਆਂ ਕਮਾਲ ਦੀਆਂ ਦਿੱਤੀਆਂ ਨੇ, ਹੈਰਾਨ ਹੋ ਜਾਂਦਾ ਹੈ। ਜੈਸੀ ਪਰ ਪੁਰਖਾ ਰਤ ਨਾਰੀ,
ਕਈ ਵਾਰੀ ਆਪਾਂ ਸਮਾਜ ਅੰਦਰ ਐਸਾ ਵੇਖਦੇ ਹਾਂ, ਕੁਝ ਇਸਤਰੀਆਂ ਐਸੀਆਂ ਹੁੰਦੀਆਂ ਨੇ ਆਪਣੇ ਪਤੀ ਨੂੰ ਛੱਡ ਕੇ ਪਰਾਏ ਪੁਰਖ ਨਾਲ ਪ੍ਰੀਤ ਪਾ ਲੈਂਦੀਆਂ ਨੇ। ਜਿੰਨਾ ਮਰਜ਼ੀ ਸਮਝਾਓ ਨਹੀਂ ਜੇ ਸਮਝਦੀਆਂ। ਗੱਲ ਪ੍ਰੀਤ ਇੱਥੇ ਗੁਣ ਲਿਆ ਜਾ ਰਿਹਾ, ਸਾਂਝ ਕਰੀਜੈ ਗੁਨਾਹ ਘੇਰੀ, ਪ੍ਰੀਤ ਦੀ ਗੱਲ ਕਰ ਪਈ ਹੈ। ਆਪਣੇ ਪਤੀ ਦੀ ਪਰਵਾਹ ਨਹੀਂ ਕਰਦੀ, ਸਹੁਰੇ ਘਰ ਦੀ ਪਰਵਾਹ ਨਹੀਂ ਕਰਦੀ, ਕਿਸੇ ਆਂਢ ਗੁਆਂਢ ਵਾਲਿਆਂ ਦੀ ਪਰਵਾਹ ਨਹੀਂ ਕਰਦੀ, ਨਿਚਾਕ ਹੋ ਕੇ ਪਰਾਏ ਮਰਦ ਨਾਲ ਮਿਲਦੀ ਹੈ। ਜੈਸੀ ਪਰ ਪੁਰਖਾ ਰਤ ਨਾਰੀ, ਲੋਭੀ ਨਰ ਧਨ ਕਾ ਹਿਤਕਾਰੀ। ਲੋਭੀ ਬੰਦੇ ਨੂੰ ਤੇ ਕੇਵਲ ਬਸ ਧਨ ਚਾਹੀਦਾ, ਲੋਭੀ ਨਰ ਧਨ ਕਾ ਹਿਤਕਾਰੀ। ਲਾਲਚੀ ਬੰਦੇ ਦੀ ਪ੍ਰੀਤ ਧਨ ਦੇ ਨਾਲ ਹੈ। ਫਿਰ ਅੱਗੇ ਕਾਮੀ ਪੁਰਖ ਕਾਮਨੀ ਪਿਆਰੀ। ਜਿਹੜਾ ਮਨੁੱਖ ਵਾਸ਼ਨਾਵਾਂ ਦੇ ਵਿੱਚ ਡੁੱਬਿਆ ਹੋਇਆ, ਉਹਦੀ ਪ੍ਰੀਤ ਕੇਵਲ ਇਸਤਰੀ ਤੱਕ ਹੋਵੇਗੀ। ਕਾਮੀ ਪੁਰਖ ਕਾਮਨੀ ਪਿਆਰੀ, ਐਸੀ ਨਾਮੇ ਪ੍ਰੀਤ ਮੁਰਾਰੀ। ਫਿਰ ਅੱਗੇ ਸਾਈ ਪ੍ਰੀਤ ਜੇ ਆਪੇ ਲਾਏ, ਗੁਰ ਪ੍ਰਸਾਦੀ ਦੁਬਦਾ ਜਾਏ। ਕਬੂ ਨ ਟੂਟਸ ਰਿਹਾ ਸਮਾਏ, ਨਾਮੇ ਚਿਤ ਲਾਇਆ ਸਚ ਨਾਏ। ਪ੍ਰੀਤ ਅਸਲ ਵਿੱਚ ਉਹ ਹੈ ਜਿਹੜੀ ਉਹ ਆਪ ਲਾ ਦੇਵੇ, ਤੇ ਜਦੋਂ ਦੀ ਕਿਰਪਾ ਹੋ ਜਾਂਦੀ ਹੈ ਸ਼ੰਕੇ ਦੁਬਦਾਵਾਂ ਖਤਮ ਹੋ ਜਾਂਦੀਆਂ ਨੇ। ਕਬੂ ਨਾ ਟੂਟਸ, ਉਹ ਪ੍ਰੀਤ ਕਦੀ ਟੁੱਟਦੀ ਕੋਈ ਨਹੀਂ। ਫਿਰ ਉਹ ਤੇ ਕਹਿੰਦਾ ਮੂੰਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਕੋਈ ਤੋੜ ਕੇ ਵਿਖਾਵੇ ਤੇ ਸਹੀ ਮੇਰੀ ਪ੍ਰੀਤ। ਐਵੇਂ ਨਹੀਂ, ਭਗਤ ਰਵਿਦਾਸ ਜੀ ਨੇ ਕਿਹਾ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸੱਟੇ। ਇਹ ਬੜੀ ਮਹਿੰਗੀ ਚੀਜ਼ ਲਈ ਹੈ। ਘਰ ਵਿੱਚ ਜਿਹੜੀ ਮਹਿੰਗੀ ਚੀਜ਼ ਹੋਵੇ ਨਾ, ਓਨਾ ਹੀ ਉਹਦੇ ਵਾਸਤੇ ਕੀਮਤੀ ਲੋਕਰ ਵੀ ਲੈ ਕੇ ਆਉਂਦੇ ਉਹਨੂੰ ਸੰਭਾਲਣ ਵਾਸਤੇ। ਚੀਜ਼ ਹੈ ਨਾ, ਘਰ ਦੇ ਕਾਗਜ਼ਾਤ ਹੋਣ, ਸੋਨਾ ਹੋਵੇ, ਹੋਰ ਕੋਈ ਚੀਜ਼ ਹੋਵੇ ਬੜੀ ਕੀਮਤੀ, ਹੀਰੇ ਜਵਾਹਰਾਤ, ਕਿਵੇਂ ਸੰਭਾਲ ਕੇ ਰੱਖ ਦਿਓ। ਤੁਹਾਡੀ ਪ੍ਰੀਤ ਹੈ ਨਾ ਉਹਦੇ ਦੇ ਨਾਲ। ਫਿਰ ਅਖੀਰ ਲਪਦਾ ਜੈਸੀ ਪ੍ਰੀਤ ਬਾਰਕ ਅਰ ਮਾਤਾ। ਜਿਵੇਂ ਬੱਚੇ ਦੀ ਪ੍ਰੀਤ ਮਾਤਾ ਦੇ ਨਾਲ, ਮਾਤਾ ਦੀ ਪ੍ਰੀਤ ਬੱਚੇ ਦੇ ਨਾਲ ਹੈ। ਉਹ ਬੱਚਾ ਭਾਵੇਂ ਪਿੱਛੋਂ ਵੀ ਆ ਕੇ ਮਾਂ ਨੂੰ ਗਲਵੱਕੜੀ ਪਾ ਲਵੇ, ਮਾਂ ਦੇ ਕਲੇਜੇ ਵਿੱਚ ਠੰਡ ਪੈ ਜਾਂਦੀ ਹੈ। ਐਸਾ ਹਰ ਸੇਤੀ ਮਨ ਰਾਤਾ, ਪ੍ਰਣਮੈ ਨਾਮ ਦੇਵ ਲਾਗੀ ਪ੍ਰੀਤ। ਗੋਬਿੰਦ ਬਸੈ ਹਮਾਰੇ ਚੀਤ। ਗੋਬਿੰਦ ਜੀ ਮੇਰੇ ਹਿਰਦੇ ਵਿੱਚ ਵਸ ਗਏ ਨੇ। ਗੱਲ ਤੇ ਪ੍ਰੀਤ ਦੀ ਹੈ। ਜੇ ਸਾਡੇ ਅੰਦਰ ਪ੍ਰੀਤ ਪੈਦਾ ਹੋ ਜਾਏ, ਯਾਦ ਰੱਖਣਾ ਅਕਾਲ ਪੁਰਖ ਨਾਲ ਪ੍ਰੀਤ ਗੁਰੂ ਦੀ ਕਿਰਪਾ ਨਾਲ, ਤੇ ਗੁਰੂ ਨਾਲ ਪ੍ਰੀਤ ਪੈਂਦੀ ਜੇ ਗੁਰਸਿੱਖਾਂ ਦੀ ਸੰਗਤ ਕਰਨ ਦੇ ਨਾਲ। ਜਿਹੜੇ ਗੁਰਮੁਖ ਪਿਆਰੇ ਆਪ ਇਸ ਗਾਡੀ ਰਾਹ 'ਤੇ ਚੱਲੇ ਹੋਏ ਨੇ, ਉਹਨਾਂ ਕੋਲੋਂ ਜਿਵੇਂ ਸਤਿਗੁਰਾਂ ਦੇ ਬਚਨ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰੂ ਮਿੱਤਰ ਨੇ ਜਦੋਂ ਹਰੀ ਦੀਆਂ ਕਥਾ ਕਹਾਣੀਆਂ ਸੁਣਾਈਆਂ ਤੇ ਪ੍ਰੀਤ ਪੈਦਾ ਹੋ ਗਈ। ਸੁਣ ਸੁਣ ਕੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਬਾਬਿਆਂ ਦੀਆਂ ਕਹਾਣੀਆਂ ਪੁੱਤਰਾਂ ਨੂੰ ਸਪੁੱਤਰ ਕਰ ਦਿੰਦੀਆਂ ਨੇ। ਯਾਦ ਰੱਖਣਾ 3 ਕੈਟਾਗਰੀ, ਪੁੱਤਰ, ਸਪੁੱਤਰ ਅਤੇ ਕਪੁੱਤਰ। ਪੁੱਤਰ ਆਮ ਹੁੰਦਾ, ਪਿਤਾ ਜੋ ਛੱਡ ਗਿਆ, ਨਾ ਉਹਨੂੰ ਘਟਾਇਆ ਨਾ ਕੋਈ ਵਧਾਇਆ, ਬਸ ਉਸੇ ਤਰ੍ਹਾਂ ਨਾਰਮਲ ਜੀਵਨ ਜੀ ਰਿਹਾ। ਸਪੁੱਤਰ ਉਹ ਹੁੰਦਾ ਆਪਣੇ ਪਿਤਾ ਦੀ ਜਾਇਦਾਦ ਵਿੱਚ ਵਾਧਾ ਕਰਦਾ। ਕਪੁੱਤਰ ਉਹ ਹੁੰਦਾ ਆਪਣੇ ਪਿਤਾ ਦੀ ਜਾਇਦਾਦ ਵੇਚ ਵੱਟ ਕੇ ਨਸ਼ਿਆਂ ਵਿੱਚ ਖਾ ਪੀ ਕੇ ਕੰਗਾਲ ਬਣ ਕੇ ਭਿਖਾਰੀ ਬਣ ਕੇ ਦਰਦਾਂ ਤੇ ਧੱਕੇ ਖਾਂਦਾ ਫਿਰਦਾ, ਉਹ ਕਪੁੱਤਰ ਹੈ। ਹੁਣ ਆਪਾਂ ਕੀ ਬਣਨਾ? ਹੁਣ ਬਾਬਿਆਂ ਦੀਆਂ ਕਹਾਣੀਆਂ, ਇਤਿਹਾਸਕ ਕਹਾਣੀਆਂ, ਸਾਖੀਆਂ, ਗੁਰਬਾਣੀ ਦੀਆਂ ਲੋਰੀਆਂ, ਗੁਰੂ ਕੇ ਪਿਆਰ ਵਾਲਿਓ, ਇਹ ਸਾਨੂੰ ਸਪੁੱਤਰ ਬਣਾਉਂਦੀਆਂ ਨੇ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੋ। ਸੋਰਠ ਰਾਗ ਅੰਦਰ ਇੱਕ ਸ਼ਬਦ ਹੈ, ਕਈ ਵਾਰੀ ਤੁਸੀਂ ਹੁਕਮ ਦੇ ਰੂਪ ਵਿੱਚ ਵੀ ਸੁਣਦੇ ਹੋ। ਉਹਦੇ ਵਿੱਚ ਨਾ ਇੱਕ ਜਗਿਆਸੂ ਨੂੰ ਉੱਥੇ ਸਵਾਲੀਆ ਤੇ ਦੂਜੇ ਗੁਰਸਿੱਖ ਕੋਲੋਂ ਸਵਾਲ ਕਰਦਾ ਹੈ ਵੀ ਮੈਂ ਉਸ ਕਰਤੇ ਅਕਾਲ ਪੁਰਖ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹਾਂ? ਆਪਾਂ ਇੱਕ ਪਿਤਾ ਦੀ ਔਲਾਦ ਹਾਂ, ਤੂੰ ਮੇਰਾ ਗੁਰ ਭਾਈ ਵੀ ਹੈ, ਤੂੰ ਦੱਸ ਕਿਰਪਾ ਕਰ। ਉਹਦਾ ਰਹਾਉ ਵਾਲਾ ਪਦਾ ਹੈ, ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਇਹ ਮੇਰੇ ਮਿੱਤਰ ਸੁਣ, ਮੈਂ ਤੇਰੇ ਚਰਨਾਂ ਦੀ ਧੂੜ ਤੋਂ ਕੁਰਬਾਨ ਜਾਂਦਾ ਹਾਂ, ਮੈਂ ਮਨ ਵੀ ਤੇਰਾ ਆਗਿਆਕਾਰੀ ਬਣਾਉਣ ਲਈ ਤਿਆਰ ਹਾਂ। ਫਿਰ ਕਹਿੰਦੇ ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ, ਮੇਰੇ ਮਿੱਤਰਾ ਸੁਣ, ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇ ਦਿਖਾਈ। ਮੇਰੇ ਅੰਦਰ ਵੀ ਹਰੀ ਦੇ ਦਰਸ਼ਨਾਂ ਦੀ ਪ੍ਰੀਤ ਪੈਦਾ ਕਰਦੇ। ਹੈ ਕੋਈ ਐਸੀ ਸਿੱਖਿਆ? ਫਿਰ ਹੋਰ ਕੀ ਕਹਿੰਦਾ ਹੈ? ਪਾਮ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈ ਕੂ ਦੇਸਾਂ। ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ,
ਪ੍ਰਭ ਮਿਲੋਂ ਦੇਹ ਉਪਦੇਸ਼ਾ। ਮੈਂ ਤੇਰੇ ਪੈਰ ਧੋਵਾਂ, ਮਲ ਮਲ ਕੇ ਧੋਵਾਂ, ਇਹ ਮਨ ਵੀ ਤੈਨੂੰ ਦੇ ਦੇਵਾਂ। ਸੁਣ ਮੀਤਾ ਮੇਰੇ ਮਿੱਤਰਾ ਸੁਣ, ਮੈਂ ਤੇਰੀ ਸ਼ਰਨ ਵਿੱਚ ਆਇਆ। ਮੈਂ ਸੁਣਿਆ ਏ ਤੂੰ ਕਈਆਂ ਨੂੰ ਜੋੜ ਦਿੱਤਾ ਹੈ ਗੁਰੂ ਦੇ ਨਾਲ, ਮੇਰੇ ਤੇ ਵੀ ਕਿਰਪਾ ਕਰ ਦੇ। ਪ੍ਰਭ ਮਿਲੋਂ ਦੇ ਉਪਦੇਸ਼ਾ, ਮੈਂ ਪ੍ਰਭੂ ਨੂੰ ਮਿਲਾਂ, ਮੈਨੂੰ ਸਿੱਖਿਆ ਦੇ। ਤੇ ਪਤਾ ਅੱਗੋਂ ਜਗਿਆਸੂ ਨੇ ਸਿੱਖਿਆ ਕੀ ਦਿੱਤੀ? ਮਾਨ ਨ ਕੀਜੈ ਸ਼ਰਨ ਪਰੀਜੈ, ਕਰੈ ਸੁ ਭਲਾ ਮਨਾਈਐ। ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ, ਇਉ ਦਰਸ਼ਨ ਹਰ ਜਿਉ ਪਾਈਐ। ਮਾਨ ਨਹੀਂ ਕਰਨਾ ਚਾਹੀਦਾ, ਕਦੀ ਵੀ ਮਾਨ ਨਾ ਕਰੋ। ਮਿਲੇ ਹੋਏ ਆ ਤਾਂ ਵੀ ਮਾਨ ਨਾ ਕਰੋ। ਕਬੀਰ ਗਰਬ ਨਾ ਕੀਜੀਐ, ਰੰਕ ਨਾ ਹਸੀਐ ਕੋਏ। ਅਜੋ ਸੋ ਨਾਉ ਸਮੁੰਦਰ ਮੈਂ, ਕਿਆ ਜਾਨੋ ਕਿਆ ਹੋਏ। ਅਜੇ ਕਿਨਾਰੇ ਤੇ ਕਿਸੇ ਦਾ ਵੀ ਬੇੜਾ ਨਹੀਂ ਲੱਗਾ, ਕੋਈ ਪਤਾ ਨਹੀਂ ਕਦੋਂ ਸਮੁੰਦਰ ਵਿੱਚ ਡੁੱਬ ਜਾਏ, ਕਿਨਾਰੇ ਤੇ ਲੱਗੇ ਕਿ ਨਾ ਲੱਗੇ। ਦੂਜਿਆਂ ਨੂੰ ਵੇਖ ਕੇ ਕਦੀ ਹੱਸੀਏ ਨਾ, ਕਿਸੇ ਦੀ ਗਰੀਬੀ ਦਾ ਮਜ਼ਾਕ ਨਾ ਉਡਾਈਏ, ਕਿਸੇ ਦੀ ਕੰਗਾਲੀ ਦਾ, ਕਿਸੇ ਵੀ ਪੱਖ ਤੋਂ ਕਿਸੇ ਦਾ ਮਜ਼ਾਕ ਨਾ ਉਡਾਈਏ। ਇੱਥੇ ਮਾਨ ਨਹੀਂ ਕਰਨਾ ਚਾਹੀਦਾ। ਮਾਨ ਨਾ ਕੀਜੈ ਸ਼ਰਨ ਪਰੀਜੈ, ਸ਼ਰਨ ਪੈਣਾ ਚਾਹੀਦਾ। ਕਰੇ ਸੋ ਭਲਾ ਮਨਾਈਏ, ਜੋ ਪ੍ਰਮਾਤਮਾ ਕਰਦਾ ਉਹਨੂੰ ਭਲਾ ਕਰਕੇ ਮੰਨ ਲਈਏ। ਪ੍ਰੀਤ ਜੈਸੀ ਮਛਲੀ ਨੀਰ, ਇੱਕ ਖਿਨ ਵੀ ਨਾ ਧੀਰੇ। ਮਨ ਐਸਾ ਨੇ ਕਰੇ ਜੈਸੀ ਚਾਤਰਕ ਪਿਆਸ, ਖਿਨ ਖਿਨ ਬੂੰਦ ਚਵੈ। ਉੱਥੇ ਵੀ ਹਰ ਪ੍ਰੀਤ ਕਰੀਜੈ, ਇਹ ਮਨ ਦੀਜੈ। ਅਤ ਲਾਈਐ ਚਿੱਤ ਮੁਰਾਰੀ, ਮਾਨ ਨਾ ਕੀਜੈ ਸ਼ਰਨ ਪਰੀਜੈ। ਦਰਸ਼ਨ ਕੋ ਬਲਿਹਾਰੀ। ਮਾਨ ਨਹੀਂ ਕਰਨਾ ਚਾਹੀਦਾ। ਤੇ ਉੱਥੇ ਵੀ ਇਹੀ ਕਿਹਾ, ਮਾਨ ਨਾ ਕੀਜੈ ਸ਼ਰਨ ਪਰੀਜੈ, ਕਰੇ ਸੁ ਭਲਾ ਮਨਾਈਐ। ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਉ ਹਰ ਦਰਸ਼ਨ ਹਰ ਜਿਉ ਪਾਈਐ। ਫਿਰ ਅਖੀਰਲਾ ਪਦਾ ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੇ ਹੈ ਮਿੱਤਰ। ਫਿਰ ਜਦੋਂ ਕਿਰਪਾ ਕਰਦਾ ਹੈ ਨਾ, ਜਿਹੜੇ ਹਰੀ ਦੇ ਸੰਤ ਗੁਰਸਿੱਖ ਪਿਆਰੇ ਨੇ, ਉਹਨਾਂ ਦੀ ਕਿਰਪਾ ਨਾਲ ਉਹਨਾਂ ਨੂੰ ਵੀ ਨਾਮ ਮਿੱਠਾ, ਤੇ ਫਿਰ ਜਿਹੜਾ ਉਹਦੀ ਸੰਗਤ ਕਰਦਾ ਨਾਮ ਮਿੱਠਾ ਲੱਗ ਪੈਂਦਾ ਹੈ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ। ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਸਭ ਅਕੁੱਲ ਨਿਰੰਜਨ ਡਿਠਾ। ਫਿਰ ਜਿਹਦੀ ਕੋਈ ਕੁੱਲ ਨਹੀਂ ਨਾ, ਉਹਦੇ ਨਾਲ ਪ੍ਰੀਤ ਪੈ ਜਾਂਦੀ ਹੈ, ਉਹਦੇ ਨਾਲ ਪਿਆਰ ਬਣ ਜਾਂਦਾ ਏ। ਤੇ ਮੇਰੇ ਸਤਿਗੁਰੂ ਗੁਰਦੇਵ ਪਿਤਾ ਗੁਰੂ ਅਰਜਨ ਦੇਵ ਪਿਤਾ ਜੀ ਇਹੀ ਸਮਝਾਉਂਦੇ ਨੇ, ਖੁਦਿਆਵੰਤ ਆਪਣੇ ਅੰਦਰ ਭੁੱਖ ਪੈਦਾ ਕਰੀਏ, ਪਿਆਸ ਪੈਦਾ ਕਰੀਏ। ਦਰਸ਼ ਤੇਰੇ ਕੀ ਪਿਆਸ ਮਨ ਲਾਗੀ। ਸੱਚੇ ਨਾਮ ਦੀ ਭੁੱਖ ਸਾਨੂੰ ਲੱਗ ਜਾਏ। ਖੁਦਿਆਵੰਤ ਨਾ ਜਾਣੀ। ਫਿਰ ਤੁਹਾਨੂੰ ਕੋਈ ਲੋਕ ਲਾਜ, ਤੁਹਾਨੂੰ ਕੋਈ ਚੰਗਾ ਕਹਿੰਦਾ ਏ, ਮਾੜਾ ਕਹਿੰਦਾ ਏ, ਤੁਹਾਡੇ ਲਈ ਕੋਈ ਕੁਬੋਲ ਬੋਲਦਾ ਏ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਇਸਤਰੀ ਰੂਪ ਵਿੱਚ ਨਾ ਲੋਕਾਂ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਪਹਿਲਾਂ ਮੈਂ ਮਾੜੀ ਹੁੰਦੀ ਸਾਂ, ਤੁਸੀਂ ਤੇ ਮੈਨੂੰ ਹੁਣ ਵੀ ਮਾੜੀ ਕਹਿਣ ਤੋਂ ਹੁਣ ਤੇ ਮਾੜੀ ਨਾ ਆਖੋ, ਹੁਣ ਤੇ ਮੰਦੀ ਨਾ ਆਖੋ। ਕਹਿੰਦੇ ਨੇ, ਜਿਸ ਭਾਈ ਸਾਹਿਬ ਨੇ ਕਵਿਤਾ ਵਿੱਚ ਬੜੀ ਕਮਾਲ ਦਾ ਦ੍ਰਿਸ਼ਟਾਂਤ, ਮੈਂ ਚੰਗੀ ਵੇ ਲੋਕਾ, ਜਿਹਨੂੰ ਸਾਈਂ ਨੇ ਹੱਥ ਲਾਇਆ। ਗੁਣ ਅਵਗੁਣ ਮੇਰਾ ਕੁਝ ਨਾ ਤੱਕਿਆ, ਉਸ ਝੋਲੀ ਪਕੜ ਬਿਠਾਇਆ। ਮੰਦੀ ਸਾਂ ਪਰ ਚੰਗੀ ਹੋ ਗਈ, ਹੁਣ ਮੰਦੀ ਕਹੋ ਨਾ ਕੋਈ। ਉਸ ਤਾਂਬੇ ਨੂੰ ਕਹੋ ਨਾ ਤਾਂਬਾ, ਜਿਹਨੂੰ ਪਾਰਸ ਨੇ ਗਲ ਲਾਇਆ। ਉਹ ਜਿਹਨੂੰ ਪਾਰਸ ਨੇ ਗੱਲ ਨਾਲ ਲਾ ਗਿਆ, ਅਜੇ ਵੀ ਤਾਂਬਾ ਕਹੀ ਜਾਂਦੇ ਹੋ, ਫਿਰ ਉਹ ਪਾਰਸ ਹੀ ਨਹੀਂ ਹੋਵੇਗਾ, ਉਹ ਤੇ ਸੋਨਾ ਬਣਾ ਦਿੰਦਾ ਹੈ। ਗੁਰੂ ਕੇ ਪਿਆਰ ਵਾਲਿਓ, ਪਾਰਸ ਕੈ ਸੰਗ ਤਾਂਬਾ ਬਿਗੜਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਕਿਤੇ ਭੁੱਖ ਪੈਦਾ ਤੇ ਕਰੀਏ, ਆਪਾਂ ਇਹ ਜਗਿਆਸਾ ਪੈਦਾ ਤੇ ਕਰੀਏ, ਫਿਰ ਲੋਕ ਲਾਜ ਬਿਲਕੁਲ ਖਤਮ ਹੋ ਜਾਏਗੀ। ਕੋਈ ਕੀ ਕਹਿੰਦਾ ਏ, ਫਿਰ ਗੁਰਮਤ ਦੇ ਮਾਰਗ ਤੇ ਪੁੱਤਰ ਦੇ ਜਨਮ ਤੇ ਲੈ ਕੇ ਵਿਆਹ ਤੱਕ ਤੁਸੀਂ ਗੁਰਮਤ ਹੀ ਕਰੋਗੇ। ਲੋਕੀ ਕੀ ਕਹਿੰਦੇ ਨੇ, ਇਹ ਕੰਜੂਸੀ ਕੀਤੀ ਨੇ, ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਤੁਸੀਂ ਆਖੋ ਜੋ ਮੈਂ ਕੀਤਾ ਗੁਰਮਤ ਅਨੁਸਾਰ ਕੋਸ਼ਿਸ਼ ਕੀਤੀ ਹੈ ਕਰਨ ਦੀ। ਜੇ ਕੋਈ ਪੁਰਾਣੀ ਚੜ੍ਹਾਈ ਕਰ ਗਿਆ ਇੱਥੇ, ਆਹ ਨਹੀਂ ਕੀਤਾ, ਆਖੇਗਾ ਜੋ ਗੁਰਮਤ ਕਹਿੰਦੀ ਹੈ, ਰਹਿਤ ਮਰਿਆਦਾ ਕਹਿੰਦੀ, ਮੈਂ ਤੇ ਉਹ ਕੀਤਾ ਹੈ। ਸਤਿਗੁਰੂ ਗੁਰਦੇਵ ਪਿਤਾ ਜੀ ਇੱਥੇ ਸਮਝਾਉਂਦੇ ਨੇ, ਫਿਰ ਉਹ ਕਿਸੇ ਪ੍ਰਕਾਰ ਦਾ ਸਵਾਲ ਕਰ ਲੈਂਦਾ, ਭੁੱਖ ਲੱਗੀ ਹੋਵੇ ਰੋਟੀ ਮੰਗ ਲੈਂਦਾ। ਇਸੇ ਤਰ੍ਹਾਂ ਮੇਰੇ ਅੰਦਰ ਵੀ ਜਗਿਆਸਾ ਜਾਗ ਪਈ ਹੈ। ਨਾਨਕ ਮੰਗੈ ਨਾਮ ਹਰ, ਨਾਨਕ ਦੇ ਕੱਕੇ ਨੂੰ ਔਂਕੜ ਜਦੋਂ ਆ ਜਾਏ ਫਿਰ ਇਕੱਠਾ ਹੀ ਨਾਨਕ ਮੰਗੈ, ਨਾਨਕ ਮੰਗਦਾ ਹੈ। ਧੰਨ ਗੁਰੂ ਅਰਜਨ ਦੇ ਪਿਤਾ ਜੀ ਮੰਗਦੇ ਨੇ, ਕੀ ਮੰਗਦੇ ਨੇ? ਨਾਮ ਹਰ, ਕਰ ਕਿਰਪਾ ਸੰਜੋਗ। ਸੰਜੋਗ ਦਾ ਅਰਥ ਹੈ ਮਿਲਾਪ, ਕਿਰਪਾ ਕਰਕੇ ਮਿਲਾਪ ਕਰਵਾ ਦੇ। ਇਹੀ ਸੰਜੋਗ ਸ਼ਬਦ
ਜਦੋਂ ਅੱਜ ਮੈਂ ਪੜ੍ਹ ਰਿਹਾ ਸੀ ਭਾਈ ਕਾਹਨ ਸਿੰਘ ਨਾਭਾ ਨੂੰ 7 ਅਰਥ ਕੀਤੇ ਨੇ ਉਹਨਾਂ ਨੇ ਸੰਜੋਗ ਸ਼ਬਦ ਦੇ। ਕਵਨ ਸੰਜੋਗ ਮਿਲੋਂ ਪ੍ਰਭ ਆਪਣੇ, ਉੱਥੇ ਸੰਜੋਗ ਹੈ ਕਿਹੜੀ ਜੁਗਤੀ ਹੈ, ਉਹ ਕਿਹੜਾ ਤਰੀਕਾ ਹੈ, ਕਿਹੜਾ ਢੰਗ ਹੈ ਮੈਂ ਆਪਣੇ ਪ੍ਰਭੂ ਨੂੰ ਮਿਲ ਸਕਾਂ। ਪਰ ਇੱਥੇ ਸੰਜੋਗ ਦਾ ਅਰਥ ਹੈ ਮਿਲਾਪ। ਟੁੱਟੀ ਤੰਤਰ ਬਾਬ ਕੀ ਵਾਜੈ ਨਹੀਂ ਵਿਜੋਗ, ਤੰਤੀ ਸਾਜ ਦੀਆਂ ਤਾਰਾਂ ਟੁੱਟ ਜਾਣ ਵਿੱਚੋਂ ਰਾਗ ਕਿੱਥੋਂ ਪੈਦਾ ਹੋਵੇਗਾ। ਜੇ ਤੇ ਤਾਰ ਜੁੜ ਜਾਏ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ, ਸਾਡੇ ਵੱਲੋਂ ਟੁੱਟੀ ਹੋਈ ਹੈ, ਉਹਦੇ ਵੱਲੋਂ ਕੋਈ ਟੁੱਟੀ ਨਹੀਂ। ਜਿਹੜੇ ਸਾਡੇ ਅੰਦਰੋਂ ਤਾਰ ਟੁੱਟੀ, ਗੁਰੂ ਕਿਰਪਾ ਕਰੇ ਆਪਾਂ ਜੋੜ ਲਈਏ ਤੇ ਅਸੀਂ ਵੀ ਪ੍ਰਭੂ ਦੇ ਦਰ 'ਤੇ ਇਸੇ ਜਿਵੇਂ ਭੁੱਖਾ ਮਨੁੱਖ ਕਿਸੇ ਪ੍ਰਕਾਰ ਦੀ ਸ਼ਰਮ ਹਿਆ ਨਹੀਂ ਕਰਦਾ ਪ੍ਰਸ਼ਾਦ ਮੰਗਣ ਲੱਗਿਆਂ, ਸਾਡੇ ਅੰਦਰ ਵੀ ਗੁਰੂ ਦੇ ਦਰ 'ਤੇ ਆ ਕੇ ਗੁਰਸਿੱਖਾਂ ਕੋਲ ਜਾ ਕੇ ਅਸੀਂ ਵੀ ਆਪਾਂ ਆਪਣੀਆਂ ਝੋਲੀਆਂ ਅੱਡ ਕੇ ਦਾਤ ਮੰਗੀਏ ਜੋ ਗੁਰੂ ਸਾਹਿਬ ਨੇ ਮੰਗਿਆ। ਨਾਨਕ ਮੰਗੈ ਨਾਮ ਹਰਿ ਕਰ ਕਿਰਪਾ ਸੰਜੋਗ, ਕਿਰਪਾ ਕਰਦੇ ਤੇਰੇ ਨਾਲ ਮੇਰਾ ਮਿਲਾਪ ਹੋ ਜਾਏ। ਤੇ ਭਗਤ ਜੀ ਦੇ ਕਹਿੰਦੇ ਜੀਵਨ ਦਾ ਮਨੋਰਥ ਹੀ ਇਹ ਹੈ, ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਵਿਚ ਰਾਤਾ ਹੀ ਕੈ ਸੰਗ ਲਾਗ। ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਰਹਿਮਤ ਕਰਕੇ ਪਾਵਨ ਪਵਿੱਤਰ ਸ਼ਲੋਕ ਦੀ ਵਿਚਾਰ ਦੀ ਸੇਵਾ ਲਈ ਹੈ। ਫਿਰ ਵੀ ਭੁੱਲਾਂ ਸੁਭਾਵਿਕ ਹੋ ਜਾਂਦੀਆਂ ਨੇ, ਮੇਰੀਆਂ ਭੁੱਲਾਂ ਜਾਣ ਕੇ ਮੇਰੀ ਝੋਲੀ ਵਿੱਚ ਪਾ ਦੇਣੀਆਂ। ਗੁਰਮਤਿ ਅਨੁਸਾਰ ਕਹੇ ਬਚਨ ਗੁਰੂ ਕਿਰਪਾ ਕਰੇ ਸਾਡੇ ਹਿਰਦੇ 'ਚ ਵਸ ਜਾਣ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।